हाँ जी स्टूडेंट्स, ਆਪਾਂ क्लास 7th ਦਾ ਅਧਿਆਇ ਪਹਿਲਾ ਪੂਰਨਾਂਕ ਜਾਂ ਸੰਪੂਰਨ ਸੰਖਿਆ ਸ਼ੁਰੂ ਕੀਤਾ ਸੀ। ਉਹਦੇ ਵਿੱਚ ਮੈਂ ਤੁਹਾਨੂੰ ਕੱਲ ਬੇਟਾ 1.1 ਐਕਸਰਸਾਈਜ਼ ਦੇ ਸਮ ਸੋਲਵ ਕਰਵਾਏ ਸੀ। ਜਿਹੜੇ ਸਮ ਰਹਿ ਗਏ ਸੀ ਉਹ ਤੁਸੀਂ ਉਹਦੇ ਰਿਲੇਟਡ ਬਾਕੀ ਸਮ ਖੁਦ ਟਰਾਈ ਕਰੋ, ਠੀਕ ਹੈ। ਹੁਣ 1.2 ਐਕਸਰਸਾਈਜ਼ ਅੱਜ ਆਪਾਂ ਸ਼ੁਰੂ ਕਰਨੀ ਹੈ, ਪਰ 1.2 ਐਕਸਰਸਾਈਜ਼ ਸ਼ੁਰੂ ਕਰਨ ਤੋਂ ਪਹਿਲਾਂ ਇਹ टॉपिक ਨੂੰ पढ़ना है। पूर्णांकों के योग एवं व्यवकलन के गुण, संपूर्ण संख्यावां ਦੇ ਜੋੜ ਅਤੇ ਘਟਾਓ ਦੇ ਗੁਣ, ਠੀਕ ਹੈ। ਜਿਹੜੀ ਆਪਾਂ ਸੰਖਿਆਵਾਂ ਲੈਂਦੇ ਹਾਂ ਜਾਂ ਪੂਰਨਾਂਕ ਲੈਂਦੇ ਹਾਂ, ਠੀਕ ਹੈ, ਉਹਦੇ ਵਿੱਚ ਜੋੜ ਅਤੇ ਘਟਾਓ ਮਤਲਬ ਪਲੱਸ ਜਾਂ ਮਾਈਨਸ ਦੇ ਕਿਹੜੇ ਕਿਹੜੇ ਗੁਣ ਹੈਗੇ ਆ ਅਤੇ ਉਹ ਕਿੱਦਾਂ ਕਿੱਦਾਂ ਇਸਤੇਮਾਲ ਹੋਣੇ ਆ, ਉਹ ਆਪਾਂ ਦੇਖਾਂਗੇ, ਉਹ ਪੜ੍ਹਾਂਗੇ ਅੱਜ। ਇਹਦੇ ਫਸਟ ਗੁਣ ਕੀ ਹੈ? योग के अंतर्गत समृद्ध, ठीक है। ਆਪਾਂ ਕੀ सीख चुके हैं? हम सीख चुके हैं कि दो पूर्ण संख्याओं का योग पुनः एक पूर्ण संख्या होती है। ਜਦੋਂ ਮੈਂ ਤੁਹਾਨੂੰ ਫਸਟ ਟੌਪਿਕ ਕਰਵਾਇਆ ਸੀ, ਮੈਂ ਉਹਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਦੋ ਪੂਰਨ ਸੰਖਿਆਵਾਂ, ਕੋਈ ਵੀ ਪੂਰਨ ਸੰਖਿਆ ਹੋ ਸਕਦੀ ਹੈ, ਮਾਈਨਸ 'ਚ ਪਲੱਸ 'ਚ, ਠੀਕ ਹੈ, ਕੋਈ ਵੀ ਪੂਰਨ ਸੰਖਿਆ ਹੋ ਸਕਦੀ ਹੈ, ਉਹ ਚਾਹੇ ਨੰਬਰ ਮਾਈਨਸ 'ਚ ਹੋਵੇ ਚਾਹੇ ਉਹ ਪਲੱਸ 'ਚ ਹੋਵੇ, ਠੀਕ ਹੈ। ਉਹਨਾਂ ਨੇ ਕਿਹਾ ਜੇ ਆਪਾਂ ਉਹਦਾ ਯੋਗ ਕਰਦੇ ਹਾਂ, ਮੀਨਸ ਉਹਦਾ ਪਲੱਸ ਕਰਦੇ ਹਾਂ, ਅਤੇ ਸਾਡੇ ਕੋਲ ਜਿਹੜਾ ਇੱਕ ਦੂਸਰਾ ਨੰਬਰ ਆਏਗਾ, ਦੋਵਾਂ ਨੂੰ ਪਲੱਸ ਕਰਕੇ ਜਿਹੜਾ ਨੰਬਰ ਆਏਗਾ ਉਹ ਵੀ ਕਿਹਦੇ 'ਚ ਹੋਏਗਾ? ਪੂਰਨ ਸੰਖਿਆ 'ਚ। ਉਦਾਹਰਨ ਦੇ ਤੌਰ 'ਤੇ 7 + 3 = 10 ਆ ਗਿਆ, ਠੀਕ ਹੈ। -7 + 5 = -2। ਇੱਧਰ ਆਪਾਂ -7 ਲਗਾ ਲਿਆ, ਬਟ ਵਿੱਚ ਕਿਉਂ ਨਹੀਂ ਸਾਈਨ ਚੇਂਜ ਕੀਤਾ? ਕਿਉਂਕਿ ਉਹਨਾਂ ਨੇ ਪੁੱਛਿਆ ਯੋਗ ਕੇ ਅੰਤਰਗਤ, ਅਤੇ ਯੋਗ ਦਾ ਮਤਲਬ ਕੀ ਹੈਗਾ? ਪਲੱਸ। ਇਸ ਕਰਕੇ ਸੈਂਟਰ 'ਚ ਪਲੱਸ ਰੱਖਣਾ ਹੈ। ਤੁਸੀਂ ਕੋਈ ਹੋਰ ਐਗਜ਼ਾਮਪਲ ਵੀ ਲੈ ਸਕਦੇ ਹੋ। ਦੇਖੋ ਬੇਟਾ, ਜਿਵੇਂ ਤੁਸੀਂ ਲੈ ਸਕਦੇ ਸੀ, ਨੈਕਸਟ ਐਗਜ਼ਾਮਪਲ ਦੇਖੋ ਇਹਦੀ, 7 ਲੈ ਸਕਦੇ ਸੀ ਪਲੱਸ 3 ਦਾ ਮਾਈਨਸ ਲੈ ਸਕਦੇ ਸੀ, ਠੀਕ ਹੈ। 3 ਜਿਹੜਾ ਮਾਈਨਸ ਲੈ ਸਕਦੇ ਸੀ। ਹੁਣ ਦੇਖੋ ਇਹ ਪਲੱਸ ਮਾਈਨਸ ਹੋ ਗਏ, 7 'ਚੋਂ 3 ਗਏ ਅਤੇ ਕਿੰਨਾ ਆਣਾ ਹੈ ਤੁਹਾਡੇ ਕੋਲ? 4, ਠੀਕ ਹੈ। ਦੇਖੋ ਹੁਣ ਜਿਹੜੇ ਆ 7 + 3 ਇਹ 'ਚ ਕਿੰਨਾ ਆਇਆ? 10। -7 + 5 ਇਹਨੂੰ ਸੋਲਵ ਕਰਕੇ ਕਿੰਨਾ ਆਇਆ? -2। 7 ਚੋਂ 3 ਗਏ, ਇੱਥੇ ਕਿੰਨਾ ਆਇਆ? 4, ਠੀਕ ਹੈ। ਇਹ ਜਿਹੜੇ ਸਾਰੇ ਨੰਬਰ ਆਏ ਆ ਪੂਰਨ ਸੰਖਿਆ 'ਚ ਹੀ ਆਏ ਆ। 10 -2 ਅਤੇ 4 ਹੀ ਸਾਡੇ ਕੋਲ ਕਿਹੜੀਆਂ ਸੰਖਿਆਵਾਂ ਹੈਗੀਆਂ ਨੇ? ਪੂਰਨ ਸੰਖਿਆਵਾਂ। ਹਾਂਜੀ ਦੇਖੋ, ਫਿਰ ਆਪਾਂ ਲਿਖ ਸਕਦੇ ਹਾਂ ਪੂਰਨਾਂਕ ਯੋਗ ਕੇ ਅੰਤਰਗਤ ਸਮਰੱਥ ਹੈ। ਅੰਤਰਗਤ ਮੀਨਸ ਉਹਦੇ ਅੰਡਰ ਹੀ ਆਏ ਆ, ਉਹਦੇ ਥੱਲੇ ਹੀ ਰਕਮਾਂ ਆਈਆਂ ਵਾ, ਉਸ ਤੋਂ ਬਾਹਰ ਕੋਈ ਨਹੀਂ ਆਇਆ। ਮਤਲਬ ਕਿ ਇਹ ਸਾਰੇ ਨੰਬਰ ਪੂਰਨਾਂਕ 'ਚ ਹੀ ਆਏ ਨਾ। ਅਤੇ ਯੋਗ ਕੇ ਅੰਤਰਗਤ ਕਿਉਂ ਲਿਖਿਆ? ਕਿਉਂਕਿ ਇਹਦੇ ਵਿੱਚ ਆਪਾਂ ਪਲੱਸ ਵਾਲੇ ਲਿੱਤੇ ਸੀ, ਠੀਕ ਹੈ। ਅਗਲੇ ਵਿੱਚ ਮਾਈਨਸ ਵਾਲੇ ਲਵਾਂਗੇ ਅਤੇ ਉਹਦੇ ਵਿੱਚ ਵਿਵਕਲਨ ਦੇ ਅੰਤਰਗਤ ਲਿਖ ਦਾਂਗੇ, ਠੀਕ ਹੈ। ਸੇਮ ਪੰਜਾਬੀ ਮੀਡੀਅਮ ਦਾ ਵੀ ਇੱਦਾਂ ਹੀ ਕਰਨਾ, ਜੋੜ ਦੇ ਅੰਤਰਗਤ ਸਮਾਪਨ ਦੇ ਗੁਣ, ਅਤੇ ਇਹਦੇ ਵਿੱਚ ਦੋ ਪੂਰਨ ਸੰਖਿਆਵਾਂ ਦਾ ਜੋੜ ਵੀ ਕਿੰਨਾ ਹੁੰਦਾ? ਪੂਰਨ ਹੁੰਦਾ। ਸੇਮ ਐਜ਼ ਇਟ ਇਜ਼ ਕਰਕੇ ਉਸ ਤੋਂ ਬਾਅਦ ਆਪਾਂ ਲਿਖ ਦੇਵਾਂਗੇ ਪੂਰਨ ਸੰਖਿਆਵਾਂ ਦੇ ਅੰਤਰਗਤ ਸਮਾਪਨ ਗੁਣ ਹੁੰਦੀਆਂ ਹਨ। ਹਾਂਜੀ ਬੇਟਾ, ਫਿਰ ਆਪਾਂ ਕੀ ਲਿਖਾਂਗੇ? ਸੰਪੂਰਨ ਸੰਖਿਆਵਾਂ ਜੋੜ ਦੇ ਅੰਤਰਗਤ ਬੰਦ ਹੁੰਦੀਆਂ ਹਨ। ਮਤਲਬ ਕਿ ਇਹ ਜਿਹੜਾ ਆਪਾਂ ਉਹਨੂੰ ਪਲੱਸ ਕਰਦੇ ਹਾਂ ਜਾਂ ਜੋੜ ਕਰਦੇ ਹਾਂ, ਅਤੇ ਜਦੋਂ ਉਹ ਜਮ੍ਹਾਂ ਕਰਦੇ ਹਾਂ ਅਤੇ ਉਹਦੇ ਅੰਦਰ ਹੀ ਆਨਸਰ ਆਉਂਦਾ, ਇਹ ਤੋਂ ਬਾਹਰ ਆਨਸਰ ਕੀ ਆਉਂਦਾ? ਅੰਤਰਗਤ ਬੰਦ ਹੁੰਦੀਆਂ ਹਨ। ਸੈਕਿੰਡ ਸਾਡੇ ਕੋਲ ਕੀ ਆ ਗਿਆ ਇਹਦਾ ਗੁਣ? व्यवकलन के अंतर्गत समृद्ध, ठीक है। ਇਹਦਾ मतलब ਕੀ है? माइनस वाला। जब हम एक पूर्णांक में से दूसरे पूर्णांक को घटाते हैं तो परिणाम क्या निकलता है? पूर्णांक, ठीक है। पूर्णांक ਕਿਹੜੇ ਨੰਬਰ ਹੁੰਦੇ? ਕੋਈ ਵੀ ਨੰਬਰ ਉਹ ਪੂਰਨਾਂਕ ਦੇ ਅੰਦਰ ਆਉਂਦਾ। ਜਿਵੇਂ ਹੁਣ ਆਪਾਂ ਲੈ ਲਿਆ 7 ਅਤੇ ਦੂਸਰਾ ਕਿਹੜਾ ਲੈ ਲਿਆ? 3। ਉਹਨਾਂ ਨੇ ਕਿਹਾ ਘਟਾਉਣਾ, ਇਸ ਲਈ ਮਾਈਨਸ ਕੀਤਾ। 7 ਚੋਂ 3 ਗਏ, ਕਿੰਨਾ ਗਿਆ? 4। ਇਹ ਸਾਡਾ ਕੀ ਹੋ ਗਿਆ? ਪੂਰਨਾਂਕ। 4 ਪੂਰਨਾਂਕ ਹੀ ਹੁੰਦਾ ਨਾ, ਕਿਉਂਕਿ ਉਹ ਵੀ ਇੱਕ ਨੰਬਰ ਹੈ ਅਤੇ ਉਹ ਵੀ ਕਿਹਦੇ 'ਚ ਆਏਗਾ? ਪੂਰਨਾਂਕ ਦੇ ਵਿੱਚ, ਠੀਕ ਹੈ। ਬੇਟਾ ਦੇਖੋ ਨੈਕਸਟ ਹੈਗਾ, ਮੈਂ ਲਿੱਤੀ ਟਰਮ -10 -5, ਠੀਕ ਹੈ। ਇਹਦੇ ਵਿੱਚ ਮੈਂ ਮਾਈਨਸ ਕਿਉਂ ਲਿਆ? ਕਿਉਂਕਿ ਉਹਨਾਂ ਨੇ ਵਿਵਕਲਨ ਕਿਹਾ ਸੀ, ਇਸ ਕਰਕੇ ਆਪਾਂ ਮਾਈਨਸ ਵਾਲੀ ਟਰਮ ਲਵਾਂਗੇ, ਮਾਈਨਸ ਵਿੱਚ ਲਵਾਂਗੇ। ਅਤੇ ਟਰਮ ਚਾਹੇ ਉਹ ਪਲੱਸ ਦੀ ਹੋਵੇ ਚਾਹੇ ਮਾਈਨਸ ਦੀ ਹੋ, ਜਿਹੜੀ ਮਰਜ਼ੀ ਲੈ ਸਕਦੇ ਹੋ, ਪਰ ਸੈਂਟਰ 'ਚ ਹਮੇਸ਼ਾ ਮਾਈਨਸ ਹੋਣਾ ਚਾਹੀਦਾ ਹੈ ਵਿਵਕਲਨ ਦੇ ਅੰਤਰਗਤ ਸਮਰੱਥ ਵਿੱਚ, ਠੀਕ ਹੈ। -10 + 5, 10 ਚੋਂ 5 ਗਏ, ਕਿੰਨਾ ਆਇਆ? -5। ਇਸ ਕਰਕੇ ਆਪਾਂ ਕੀ ਲਿਖਾਂਗੇ? ਪੂਰਨਾਂਕ ਵਿਵਕਲਨ ਕੇ ਅੰਤਰਗਤ ਸਮਰੱਥ, ਮਤਲਬ ਕਿ ਉਹਦੇ ਅੰਦਰ ਬੰਦਿਆ ਹੋਇਆ, ਉਸ ਤੋਂ ਬਾਹਰ ਆਨਸਰ ਨਹੀਂ ਆਉਂਦੇ, ਜੋ ਉਹਨਾਂ ਨੇ ਕਿਹਾ ਸੀ ਉਹੀ ਆਨਸਰ ਆਉਂਦਾ ਪਿਆ। ਹੁਣ ਘਟਾਓ ਦੇ ਅੰਤਰਗਤ ਸਮਾਪਨ ਗੁਣ ਕੀ ਹੈ? ਇੱਕ ਸੰਪੂਰਨ ਸੰਖਿਆ 'ਚੋਂ ਜਦੋਂ ਆਪਾਂ ਇੱਕ ਸੰਖਿਆ 'ਚੋਂ ਦੂਜੀ ਸੰਖਿਆ ਘਟਾਉਂਦੇ ਹਾਂ ਅਤੇ ਸਾਡੇ ਕੋਲ ਨਤੀਜਾ ਕੀ ਨਿਕਲਦਾ? ਸੰਪੂਰਨ ਸੰਖਿਆ। ਸੇਮ ਐਗਜ਼ਾਮਪਲ ਐਜ਼ ਇਟ ਇਜ਼ ਉੱਦਾਂ ਲਿਖ ਦੇਣੀ ਹੈ। ਅੱਗੇ ਸੰਪੂਰਨ ਸੰਖਿਆ ਘਟਾਓ ਦੇ ਅੰਤਰਗਤ ਬੰਦ ਹੁੰਦੀ ਹੈ, ਕਿ ਮਤਲਬ ਕਿ ਉਹਦੇ ਅੰਦਰ ਹੀ ਆਨਸਰ ਆਉਂਦਾ, ਕੁਛ ਬਾਹਰ ਜਾਂ ਕੁਛ ਐਕਸਟਰਾ ਆਨਸਰ ਨਹੀਂ ਆਉਂਦਾ ਹੈਗਾ। ਹਾਂਜੀ ਬੇਟਾ, ਸਾਡੀ ਨੈਕਸਟ ਗੁਣ ਕਿਹੜਾ ਹੈਗਾ?
ਕਰਮ ਵਿਨਿਮੈ ਗੁਣ ਜਾਂ ਕਰਮ ਵਟਾਂਦਰਾ ਗੁਣ। ਇਹਦੇ ਵਿੱਚ ਬੇਟਾ ਦੇਖੋ ਕੀ ਹੋਏਗਾ, ਆਪਾਂ ਦੋ ਸੰਪੂਰਨ ਸੰਖਿਆ ਇਹੋ ਜਿਹੀ ਲੈਣੀ ਹੈ ਕਿ ਉਹਨਾਂ ਨੂੰ ਭਾਵੇਂ ਆਪਾਂ ਅੱਗੇ ਪਿੱਛੇ ਕਰਕੇ ਲਿਖ ਲਈਏ, ਦੋਵਾਂ ਦਾ ਆਨਸਰ ਸੇਮ ਆਏਗਾ। ਠੀਕ ਹੈ, ਦੋਵਾਂ ਦਾ ਆਨਸਰ ਕੀ ਆਏਗਾ, ਸੇਮ ਆਏਗਾ। ਜਿਵੇਂ ਦੇਖੋ ਮੈਂ ਉਦਾਹਰਨ ਕੀ ਲਿੱਤੀ ਹੈ, 5 + 3। ਇਹਦੇ ਵਿੱਚ ਇਹ ਪ੍ਰੋਪਰਟੀ ਯੂਜ਼ ਹੋਣੀ ਹੈ a + b = b + a। ਹੁਣ ਇਹਦੇ ਵਿੱਚ ਮੈਂ ਦੇਖੋ ਕੀ ਲਿੱਤਾ ਹੈ, 5 + 3 = 3 + 5। ਦੇਖੋ 5 + 3 = 3 + 5। ਦੋਨਾਂ ਦਾ ਆਨਸਰ ਤੇ ਸੇਮ ਆਉਂਦਾ ਪਿਆ। ਇਹ ਕਿਹੜੀ ਪ੍ਰੋਪਰਟੀ ਲੱਗਣ ਦੀ ਹੈ, ਕਰਮ ਵਿਨਿਮੈ ਗੁਣ। ਠੀਕ ਹੈ, ਇਹਦੇ ਵਿੱਚ ਕਿਹੜਾ ਗੁਣ ਲੱਗਣ ਦਿਆ, ਕਰਮ ਵਿਨਿਮੈ ਗੁਣ। ਜਦੋਂ ਦੋ ਕੋਈ ਸਮ ਇਹੋ ਜਿਹੇ ਹੋਣ ਜਿਹਦਾ ਆਨਸਰ ਸੇਮ ਆਵੇ ਬਟ ਉਹ ਜਿਹੜੀਆਂ ਟਰਮਸ ਹੋਣਗੀਆਂ ਉਹ ਅੱਗੇ ਪਿੱਛੇ ਕਰਕੇ ਲਿਖਦੇ ਹਾਂ। ਇੱਥੇ 5 ਪਹਿਲੇ ਨੰਬਰ 'ਤੇ, 3 ਦੂਜੇ ਨੰਬਰ 'ਤੇ। ਇਹਦੇ ਵਿੱਚ 3 ਦੂਜੇ ਨੰਬਰ 'ਤੇ ਪਹਿਲੇ ਨੰਬਰ 'ਤੇ ਹੋ ਗਿਆ, ਅਤੇ 5 ਕਿਹੜਾ ਹੋ ਗਿਆ, ਦੂਜੇ ਨੰਬਰ 'ਤੇ। ਪਰ ਜਦੋਂ ਆਪਾਂ ਇਹਨੂੰ ਜਮ੍ਹਾਂ ਕਰਦੇ ਹਾਂ ਤਾਂ ਦੋਵਾਂ ਦਾ ਆਨਸਰ ਸਾਡੇ ਕੋਲ ਕੀ ਆਉਂਦਾ ਪਿਆ, 8 ਹੀ ਆਉਂਦਾ ਪਿਆ। ਹੁਣ ਦੇਖੋ ਅਗਲਾ ਹੈਗਾ -45 + 0 = 0 ± 45। ਠੀਕ ਹੈ, ਇਹਦੇ ਅੱਗੇ 45 ਪਹਿਲੇ ਨੰਬਰ 'ਤੇ ਅਤੇ 0 ਦੂਜੇ ਨੰਬਰ 'ਤੇ ਹੀ। ਇਹਦੇ ਵਿੱਚ 0 ਪਹਿਲੇ ਨੰਬਰ 'ਤੇ ਆ ਗਿਆ ਅਤੇ ਵਿੱਚ ਜਮ੍ਹਾਂ ਦਾ ਨਿਸ਼ਾਨ ਰਹਿ ਦੇਣਾ, ਪਲੱਸ ਹੈ ਨਾ, ਅਤੇ ਇਹਦੇ ਵਿੱਚ ਆਪਾਂ ਜਮ੍ਹਾਂ ਦਾ ਨਿਸ਼ਾਨ ਹੀ ਰਹਿਣ ਦੇਣਾ ਅਤੇ ਉਹ -45 ਪਿੱਛੇ ਲਿਖਦਾ। ਇਹ ਦੋਵੇਂ ਬਰਾਬਰ ਨੇ। ਠੀਕ ਹੈ, ਜੇ ਨਹੀਂ ਪਤਾ ਲੱਗੇਗਾ ਸੋਲਵ ਕਰਕੇ ਦੇਖ ਲਿਓ, ਆਨਸਰ ਦੋਵਾਂ ਦਾ ਬਰਾਬਰ ਹੀ ਆਉਣਾ। ਦੇਖੋ ਮੈਂ ਤੁਹਾਨੂੰ ਸੋਲਵ ਕਰਕੇ ਦਿੰਦੀ ਹਾਂ, -45 + 0 ਆ ਗਿਆ, ਇੱਧਰੋਂ ਆ ਗਿਆ 0 ± ਕਿੰਨਾ ਹੋ ਗਿਆ, ਮਾਈਨਸ। ਹੁਣ 45 ਵਿੱਚ 0 ਪਲੱਸ ਕਰਾਂਗੇ ਤਾਂ -45 ਆਉਣਾ, ਅਤੇ ਜੇ ਮਾਈਨਸ ਕਰਾਂਗੇ ਫਿਰ ਵੀ -45 ਆਉਣਾ, ਅਤੇ ਇਹ ਦੋਵੇਂ ਸੇਮ ਹੈ। ਮੈਂ ਵੀ ਉਹ ਸਟਾਰਟਿੰਗ ਤੋਂ ਹੀ ਕਿਹਾ ਸੀ, a + b = b + a। ਪੰਜਾਬੀ ਮੀਡੀਅਮ ਵਾਲਿਆਂ ਨੇ ਵੀ ਸੇਮ ਇੱਦਾਂ ਹੀ ਕਰਨਾ ਹੈ ਕਿ a + b b + a ਦੀ ਇਕੁਅਲ ਹੁੰਦਾ, ਅਤੇ ਦੋਵਾਂ ਸਾਈਡ ਆਨਸਰ ਸਾਡੇ ਕੋਲ ਕੀ ਆਉਂਦਾ ਪਿਆ, ਸੇਮ ਆਉਂਦੇ ਆ। ਕਿੰਨਾ ਆਉਂਦਾ, -45। ਇਹ ਕਿਹੜੀ ਇੱਥੇ ਪ੍ਰੋਪਰਟੀ ਲੱਗੀ ਹੈ, ਕਰਮ ਵਿਨਿਮੈ ਗੁਣ ਜਾਂ ਕਰਮ ਵਟਾਂਦਰਾ ਗੁਣ ਲੱਗਾ ਇੱਥੇ। ਹਾਂਜੀ ਬੇਟਾ, ਜਿਹੜਾ ਮੈਂ ਤੁਹਾਨੂੰ ਹੁਣੇ ਪਹਿਲਾ ਗੁਣ ਕਰਵਾਇਆ ਉਹਦੇ ਵਿੱਚ ਹਮੇਸ਼ਾ ਯਾਦ ਰੱਖਿਓ ਦੋ ਸੰਖਿਆਵਾਂ ਹੋਣਗੀਆਂ। ਠੀਕ ਹੈ, ਅਗਲਾ ਆਪਾਂ ਗੁਣ ਕਰਨ ਜਾ ਰਹੇ ਹਾਂ ਸਹਚਾਰਯ ਗੁਣ ਜਾਂ ਸਹਿਚਾਰਤਾ ਗੁਣ। ਇਹਦੇ ਵਿੱਚ ਹਮੇਸ਼ਾ 3 ਨੰਬਰ ਹੋਣਗੇ, ਜਾਣੀ ਕਿ 3 ਸੰਖਿਆਵਾਂ ਹੋਣਗੀਆਂ। ਇਹਦੇ ਵਿੱਚ ਕੀ ਲੱਗੇਗਾ, a + b + c = a + b + c। ਇਹਦੇ ਵਿੱਚ ਦੇਖੋ a ਨੂੰ ਬਾਹਰ ਰਹਿਣ ਦੇਣਾ, ਜਿਹੜੀ ਦੂਜੀ ਅਤੇ ਤੀਜੀ ਰਕਮ ਹੋਏਗੀ ਉਹਨੂੰ ਬ੍ਰੈਕਟ 'ਚ ਪਾ ਲੈਣਾ। ਠੀਕ ਹੈ, ਫਿਰ = ਪਾ ਕੇ ਇਹਦੇ ਵਿੱਚ ਦੂਜੀ ਤੀਜੀ ਨੂੰ ਬ੍ਰੈਕਟ 'ਚ ਪਾਇਆ ਸੀ ਅਤੇ ਪਹਿਲੀ ਨੂੰ ਬਾਹਰ ਰੱਖਿਆ ਸੀ। ਹੁਣ ਆਪਾਂ ਪਹਿਲੀ ਦੂਜੀ ਨੂੰ ਬ੍ਰੈਕਟ 'ਚ ਪਾ ਕੇ ਅਤੇ ਤੀਜੀ ਨੂੰ ਬਾਹਰ ਰੱਖ ਦੇਣਾ, ਬਟ ਆਨਸਰ ਕੀ ਆਏਗਾ, ਦੋਵੇਂ ਪਾਸੇ ਸੇਮ ਹੀ ਆਏਗਾ। ਇਹ ਕਿਹੜੀ ਗੁਣ ਹੈਗਾ, ਸਹਚਾਰਯ ਗੁਣ। ਇਹਦੇ ਵਿੱਚ ਕਿੰਨੀਆਂ ਸੰਖਿਆਵਾਂ ਹੁੰਦੀਆਂ, 3 ਸੰਖਿਆਵਾਂ। ਉਦਾਹਰਨ ਦੇ ਤੌਰ 'ਤੇ ਮੈਂ a ਨੂੰ 2 ਲੈ ਲਿਆ, b ਨੂੰ 3 ਲੈ ਲਿਆ ਅਤੇ c ਨੂੰ ਕਿੰਨਾ ਲੈ ਲਿਆ, 4। ਠੀਕ ਹੈ, ਹੁਣ ਇਹਦੇ ਵਿੱਚ ਮੈਂ a ਦੀ ਵੈਲਿਊ 2 ਭਰੀ ਪਲੱਸ b ਦੀ ਵੈਲਿਊ ਕਿੰਨੀ ਭਰੀ ਆਪਾਂ, 3 + 4 a + b 2 + 3 + 4। ਠੀਕ ਹੈ, 2 + 4 ਅਤੇ 3 ਕਿੰਨੇ ਹੋ ਗਏ, 7, 2 ਅਤੇ 3 5 + 4। ਠੀਕ ਹੈ, 2 ਅਤੇ 3 5 + 4 = 9। ਇਹ ਵੀ 9 ਆਏਗਾ, ਇਹ ਵੀ 9 ਹੀ ਆਏਗਾ। ਠੀਕ ਹੈ, ਇੱਧਰ ਵੀ ਸੇਮ ਐਜ਼ ਇਟ ਇਜ਼ ਪੰਜਾਬੀ ਮੀਡੀਅਮ ਵਾਲਿਆਂ ਨੇ ਵੀ ਸੇਮ ਇੱਦਾਂ ਹੀ ਕਰਨਾ ਹੈ, ਦੋਵੇਂ ਸਾਈਡ ਆਨਸਰ ਸੇਮ ਆਉਣਗੇ। ਬੇਟਾ ਇਹ ਯਾਦ ਰੱਖਣਾ, ਜਿਹੜੀ ਆਪਾਂ ਉੱਪਰ ਵਾਲੀ ਗੁਣ ਕੀਤਾ ਹੈ ਕਰਮ ਵਿਨਿਮੈ ਗੁਣ, ਉਹਦੇ ਵਿੱਚ ਹਮੇਸ਼ਾ ਜਮ੍ਹਾਂ ਵਿੱਚ ਹੀ ਆਨਸਰ ਠੀਕ ਆਉਣਾ। ਕਈ ਵਾਰੀ ਜਦੋਂ ਆਪਾਂ ਦੂਸਰੀ ਟਰਮ ਲਗਾਵਾਂਗੇ ਜਾਂ ਮਾਈਨਸ ਵਿੱਚ ਇਹਦਾ ਆਨਸਰ ਕੱਢਾਂਗੇ ਤਾਂ ਉਹ ਗਲਤ ਆਏਗਾ। ਇਹ ਜਦੋਂ ਜਮ੍ਹਾਂ ਹੋਏਗਾ ਇਹ ਫੇਰ ਹੀ ਗੁਣ ਉਦੋਂ ਲੱਗਣਾ। ਠੀਕ ਹੈ, ਹਾਂਜੀ ਬੇਟਾ ਦੇਖੋ ਅਗਲਾ ਗੁਣ ਕਿਹੜਾ ਹੈ, ਯੋग्य तत्समक। ठीक है, जोड़ात्मक तत्समक। देखो उन्होंने क्या, किसी पूर्ण संख्या में शून्य को जोड़ते हैं। कहते जब देखो हम जब किसी पूर्ण संख्या में हम शून्य को जोड़ते हैं तो हमें वही पूर्ण संख्या प्राप्त होती है। जैसे देखो बेटा उदाहरण के तौर पर 5 ਵਿੱਚ 0 प्लस करांगे तो सानू की मिलेगा 5, -8 ਚ 0 प्लस करांगे तो की मिलेगा -8। 0 ਨੂੰ ਕਿਸੇ ਵੀ ਟਰਮ 'ਚੋਂ ਪਲੱਸ ਕਰ ਦਿਓ ਜਾਂ ਮਾਈਨਸ ਕਰ ਦਿਓ, ਜਮ੍ਹਾਂ ਕਰ ਦਿਓ ਚਾਹੇ ਘਟਾ ਦਿਓ, ਸਾਡੇ ਕੋਲ ਉਹੀ ਨੰਬਰ ਜਿੱਦਾਂ ਦਾ ਹੈਗਾ ਉੱਦਾਂ ਦਾ ਹੀ ਰਹਿੰਦਾ, ਉਹਦੇ ਵਿੱਚ ਕੋਈ ਚੇਂਜ ਨਹੀਂ ਆਉਂਦਾ। ਜੋੜਾਤਮਕ ਤਤਸਮਕ ਦਾ ਇਹੀ ਮਤਲਬ ਹੈਗਾ, ਜਦੋਂ ਆਪਾਂ ਕਿਸੇ ਸੰਖਿਆ ਵਿੱਚ 0 ਜਾਂ 0 ਜੋੜਦੇ ਹਾਂ ਤਾਂ ਸਾਨੂੰ ਉਹੀ ਸੰਖਿਆ ਦੁਬਾਰਾ ਮਿਲ ਜਾਂਦੀ ਹੈ। ਇਹਦੇ ਵਿੱਚ ਕਿਹੜਾ ਯੂਜ਼ ਹੋਣਾ ਹੈ, ਜੇ a + 0 = a ਅਤੇ 0 + a, ਮਤਲਬ ਕਿ a ਭਾਵੇਂ ਉਹ ਸੰਖਿਆ 5 + 0 ਕਰੋਗੇ ਫਿਰ ਵੀ ਆਨਸਰ 5 ਆਏਗਾ ਅਤੇ 0 + 5 ਕਰੋਗੇ ਫਿਰ ਵੀ ਆਨਸਰ 5 ਆਏਗਾ। ਠੀਕ ਹੈ,
ਉਹ ਸਾਡੀ ਮਰਜ਼ੀ ਆ, ਆਪਾਂ ਕਿੱਦਾਂ ਲਿਖ ਸਕਦੇ ਹਾਂ। ਪਰ ਜਦੋਂ ਆਪਾਂ ਕਿਸੇ ਸੰਖਿਆ ਵਿੱਚ 0 ਜੋੜ ਦਿੰਦੇ ਹਾਂ ਤਾਂ ਉਹਦਾ ਆਨਸਰ ਕੀ ਆਉਂਦਾ, ਹਮੇਸ਼ਾ ਉਹੀ ਸੰਖਿਆ ਆਉਂਦੀ ਹੈ ਜਿਹੜੀ ਆਪਾਂ ਲਿਖੀ ਹੁੰਦੀ ਹੈ। ਠੀਕ ਹੈ। ਹਾਂਜੀ बेटा, एक्सरसाइज 1.2 ਦਾ फर्स्ट सम देखो। ऐसा पूर्णांक युग्म लिखिए जिसका योग -7 है। मतलब कि कोई ਇਹੋ ਜਿਹਾ ਨੰਬਰ ਲਿਖਣਾ बेटा ਜਿਹਨੂੰ ਆਪਾਂ ਯੋਗ ਕਰੀਏ, मतलब कि प्लस ਕਰੀਏ ਤੇ ਉਹਦਾ ਆਨਸਰ ਕੀ ਆਵੇ -7। ठीक है। ਜਾਂ ਇਹੋ ਜਿਹੀ ਸੰਪੂਰਨ ਸੰਖਿਆ ਲਿਖਣੀ ਹੈ ਜਿਹਦਾ ਆਪਾਂ ਜੋੜ ਕਰੀਏ ਤੇ ਕਿੰਨਾ ਆਵੇ ਆਨਸਰ -7। ठीक है। ਇਹ ਤੁਹਾਡੇ ਆਨਸਰਸ ਅਲੱਗ-ਅਲੱਗ ਵੀ ਹੋ ਸਕਦੇ ਨੇ, ਸੋ ਡੋਂਟ ਵਰੀ ਅਬਾਊਟ। ठीक है। योग कितना आ गया -7। उन्होंने क्या है सानू स्टेटमेंट दी है जिसका योग कितना होवे -7। ठीक है। योग -7 क्या है, किहड़े दो है इहो जिहे नंबर है जिन्होंने आपां प्लस करिए तो साडे कोल आंसर आवे -7। देखो जिवें नंबर ले लिया -10। ठीक है। +3। देखो बेटा +3 सेंटर च हमेशा प्लस आना है, क्यों? क्योंकि उन्होंने योग करन लिखिया। ठीक है। योग क्या है, इस करके आप सेंटर च प्लस ही पाना। हुण देखो -10 ते +3 प्लस माइनस कितना होया -10 चो 3 गए 7 ते साइन किहड़ा वड्डी रकम दा। किहड़े कहंदे इहो जे दो नंबर सी, किहड़े इहो जे दो पूर्णांक सी जिन्हों आपां योग करके लिखीए ते आंसर साडे कोल की आवे -7। किहड़े किहड़े आ -10 अते -10 कोमा पा के लिख लो -3। किहड़े किहड़े हैगे -10 ते -3। जरूरी नहीं सिर्फ यही हो। देखो बेटा जे मैं नंबर ले ला -17 + 10, यह भी पूर्णांक संख्या। कोई भी नंबर मैं तुहानूं क्या पूर्णांक संख्या च हुंदा है। ठीक है। उहदा योग ही कीता, आपां प्लस ही कीता, पर एक नंबर आपां माइनस च ले लिया, एक प्लस च ले लिया। हुण -17 ते +10 प्लस माइनस -17 चो 10 गए कितना आ 7 ते साइन वड्डी रकम दा। किहड़े किहड़े यह भी नंबर हो सकते हैं -17 ते 10 भी किहड़े हैगे आ। ठीक है। जे आप इन्हां दा युगम लिखीए तो जिहदा योग कितना आएगा -7। मतलब कि जे इन्हां आप प्लस करिए तो साढ़े को इहदा आंसर क्या आएगा -7। ठीक है। ये तो हो गया इहदा आंसर। ठीक है। इनू पंजाबी मीडियम वाले भी सेम इदा ही लिख लन। -10 + 3 = -7। तो नंबर किहड़े होणगे -10 ते 3। मतलब कि -10 ते 3 का जे आप जोड़ करांगे तो कितना आएगा -7। ये साढ़े हो गए आंसर। तो सीधा लिख लियो -10 ते -3 का जोड़ 7 है, -7 है। हाँ जी देखो बेटा हुण नैक्सट आप करन लगे हाँ इहदा सैकेंड पार्ट, सैकेंड सम। निम्नलिखित कथनों को सत्य करके लिखित स्थान भरे। ठीक है। लिखित स्थान भरे, सानू ब्लैंक्स दिते हुए हैं उन्होंने फिल करना आपां, पर किहड़े कथनां नूं देख के जिहड़े मैं तुहानूं पहले 4-5 गुण दस्से है उन्होंने ध्यान रखते हुए फिर आपां ये लिखित स्थान भरने आ। देखो एक इहदे विच किहड़ा गुण लगन दिया -5 + -8 = -8 प्लस इत्थे ब्लैंक है, मतलब कि इत्थे खाली जगह, इत्थे कहंदे किहड़ा नंबर आएगा। हाँ जी देखो बेटा -5 + -8 = -8 प्लस डैश। ये किहड़ी प्रॉपर्टी लगेगी, ए वाली प्रॉपर्टी। ठीक है। a + b = b + a। मैं तुहानूं कहा सी जो दो नंबर दिते होणगे फिर ये प्रॉपर्टी लगेगी। दो नंबर ही है साडे कोल भी हुण। ठीक है। a की जगह साडे कोल इत्थे की दिता होया -5 ते b की जगह कितना दिता है -8। की गई वो प्रॉपर्टी a + b = b + a। मतलब कि जिहड़ी पहले नंबर ते टर्म है वो दूजे ते चल जानी है, जिहड़ी दूजे ते वो पहले ते आनी। ਇਹਦੇ ਵਿੱਚ -5 ਅੱਗੇ ਸੀ ਤੇ ਹੁਣ -5 ਕਿੱਥੇ ਆਣਾ ਪਿੱਛੇ ਆਏ ਨੇ। ਠੀਕ ਹੈ। ਕਿੰਨਾ ਆ ਗਿਆ ਇੱਥੇ -5। ਹੁਣ ਦੂਸਰੀ ਪ੍ਰੋਪਰਟੀ ਦੇਖੋ ਬੇਟਾ ਕਿਹੜੀ ਹੈ -53 प्लस डैश = -53। ठीक है। ਆਪਾਂ ਕਿਹੜੀ ਵਾਲੀ ਟਰਮ ਵਿੱਚ ਮਾਈਨਸ ਦੀ ਟਰਮ ਐਡ ਕਰਦੇ ਸੀ ਤੇ ਸੇਮ ਸਾਡੇ ਕੋਲ ਐਜ਼ ਇਟ ਇਜ਼ ਉਹੀ ਟਰਮ ਬਣ ਜਾਂਦੀ ਸੀ ਲਾਸਟ ਵਾਲੀ ਪ੍ਰੋਪਰਟੀ ਜਿਹਦੇ ਵਿੱਚ ਆਪਾਂ ਲਿਖਿਆ ਸੀ a + 0 = a = 0 + a। मतलब कि आप 0 ਨੂੰ ਜਿੱਦ ਵਿੱਚ ਮਰਜ਼ੀ ਐਡ ਕਰ ਦਈਏ ਤਾਂ ਸਾਡੇ ਕੋਲ ਆਨਸਰ ਸੇਮ ਆਉਂਦਾ ਹੈ। ਦੇਖੋ ਹੁਣ ਇਹਦੇ ਇੱਥੇ 0 ਲਿਖ ਦਾਂਗੇ ਸਾਡੇ ਕੋਲ ਉਹੀ ਪ੍ਰੋਪਰਟੀ ਲੱਗ ਗਈ -53 + 0 = -53। ठीक है। ਹੁਣ देखो ये प्लस है। ठीक है। इधर आंसर आंदा पे साडे को 0, मतलब कि एक पूर्णांक संख्या ही आंदी पई साडे को।
17 ਵਿੱਚ ਆਪਾਂ ਕੀ ਪਲੱਸ ਜਾਂ ਮਾਈਨਸ ਕਰਾਂਗੇ ਕਿ ਸਾਡੇ ਕੋਲ ਆਨਸਰ 0 ਆਵੇ। ਲਿਖਣੀ ਆਪਾਂ ਪੂਰਨਾਂਕ ਸੰਖਿਆ ਹੀ ਆ। ਇਹਦੇ ਵਿੱਚ ਪਹਿਲੀ ਪ੍ਰੋਪਰਟੀ ਲੱਗਣੀ ਹੈ ਯੋਗ ਵਾਲੀ। ਕਿਹੜੀ ਪ੍ਰੋਪਰਟੀ ਲੱਗਣੀ ਹੈ ਇਹਦੇ ਵਿੱਚ? ਪਹਿਲੀ। ਦੇਖੋ ਦੋ ਸੰਖਿਆਵਾਂ ਦਾ ਜੋੜ ਕੀਤਾ ਸੀ ਤੇ ਫਿਰ ਸਾਡੇ ਕੋਲ ਆਨਸਰ 10 ਆਉਂਦਾ ਪਿਆ ਸੀ। ਇੱਥੇ ਹੁਣ ਆਪਾਂ ਕੀ ਕਰਾਂਗੇ, ਦੋ ਸੰਖਿਆਵਾਂ ਕਿਹੜੀ ਟਰਮ ਇੱਥੇ ਲਿਖਾਂਗੇ, ਕਿਹੜਾ ਨੰਬਰ ਇੱਥੇ ਲਿਖਾਂਗੇ ਕਿ ਜਿਹੜਾ ਸਾਡੇ ਕੋਲ ਆਨਸਰ ਕੀ ਆ ਜਾਏ 0। ਫਿਰ ਆਪਾਂ ਕਿਹੜਾ ਇੱਥੇ ਨੰਬਰ ਲਿਖਾਂਗੇ? -17। ਠੀਕ ਹੈ, ਕਿਹੜਾ ਲਿਖਾਂਗੇ? -17। ਦੇਖੋ ਪਲੱਸ ਮਾਈਨਸ ਕੀ ਹੋ ਜਾਏਗਾ? ਮਾਈਨਸ ਹੋ ਜਾਏਗਾ। प्लस माइनस माइनस हो जाएगा तो 17 चों 17 गए तो फिर साढ़े को आंसर क्या आ जाएगा? 0। हाँ जी बेटा, ਜਿਹੜੇ ਤੁਸੀਂ ਸਮ ਮੈਂ ਤੁਹਾਨੂੰ ਅੱਜ ਕਰਵਾਏ ਨੇ ਉਹਦੇ ਰਿਲੇਟਡ ਹੋਮਵਰਕ ਇਹ ਬਾਕੀ ਸਮ ਤੁਸੀਂ ਖੁਦ ਟਰਾਈ ਕਰਨੇ ਨੇ। ਹੁਣ ਇਹਦੇ ਵਿੱਚ ਅੰਤਰ ਦਿੱਤਾ ਹੋਇਆ, ਮਤਲਬ ਕਿ ਤੁਸੀਂ ਦੋਵੇਂ ਨੂੰ ਪਲੱਸ ਨਹੀਂ ਕਰਨਾ, ਜਮਾ ਨਹੀਂ ਕਰਨਾ, ਉਹਨੂੰ ਮਾਈਨਸ ਕਰਨਾ। ਦੋ ਇਹੋ ਜਿਹੇ ਨੰਬਰ ਉਹਨਾਂ ਨੂੰ ਮਾਈਨਸ ਕਰਾਂਗੇ ਤਾਂ ਸਾਡੇ ਕੋਲ ਕਿੰਨਾ ਆਵੇ? -10। ਠੀਕ ਹੈ, ਇੱਦਾਂ ਹੀ ਖਾਲੀ ਸਥਾਨ ਭਰਨੇ ਆ ਦੋਵਾਂ ਦੇ ਆਨਸਰ। ਮੈਂ ਆਨਸਰ ਲਿਖੇ ਹੋਏ ਆ, ਤੁਸੀਂ ਇੱਕ ਵਾਰੀ ਮੈਚ ਕਰਕੇ ਦੇਖ ਲੈਣਾ ਕਿ ਤੁਹਾਡੇ ਆਨਸਰ ਠੀਕ ਆਉਂਦੇ ਪਏ ਜਾਂ ਨਹੀਂ।